अस्सलाम वालेकुम सामीन, मैं हाँ ਤੁਹਾਡੀ ਮੇਜ਼ਬਾਨ ਗੁਲਰੀਨਾ ਤੇ ਅੱਜ ਮੈਂ ਪੰਜਾਬੀ ਜ਼ੁਬਾਨ ਤੇ ਗੱਲ ਕਰਾ ਦੀ। ਅੱਜ ਦੇ ਪ੍ਰੋਗਰਾਮ ਦਾ ਮੌਜੂ ਪੰਜਾਬੀ ਜ਼ੁਬਾਨ ਹੈ ਤੇ ਪੰਜਾਬੀ ਜ਼ੁਬਾਨ ਤੇ ਗੱਲ ਕਰਨੇ ਵਾਸਤੇ ਮੈਂ ਇਨਵਾਈਟ ਕੀਤਾ ਡਾਕਟਰ ਮੁਹੰਮਦ ਯੂਸਫ ਨੂੰ। अस्सलाम वालेकुम डॉक्टर यूसुफ। जी वालेकुम अस्सलाम। डॉक्टर यूसुफ की हाल है? बिल्कुल ठीक है। ਤੇ ਡਾਕਟਰ ਯੂਸਫ ਤੁਸੀਂ ਮੈਨੂੰ ਸਭ ਤੋਂ ਪਹਿਲੇ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹਾਂਗੀ ਕਿ ਸਾਡੀ ਜਿਹੜੀ ਪੰਜਾਬੀ ਜ਼ੁਬਾਨ ਹੈ ਉਹ ਬਿਲਕੁਲ ਖਤਮ ਹੋ ਗਈ ਤੇ ਇਸ ਸੋਚ ਦੀ ਕੀ ਵਜ੍ਹਾ ਹੈ ਕਿ ਅਸੀਂ ਆਪਣੀ ਪੰਜਾਬੀ ਜ਼ੁਬਾਨ ਨਾਲ ਇਹ ਸਲੂਕ ਕਰ ਰਹੇ ਹਾਂ? असल में जो सबसे बड़ा मसला असी बनाता, जिहड़ी सोच असी बनाती, जिहड़ा माहौल असी बनाता या हालात बनाते हुए आ कि जिहड़ा बंदा पंजाबी बोलदा, कोई स्टूडेंट पंजाबी बोलदा, कोई आम बंदा पंजाबी बोलदा, असी समझने बहुत ही जाहल आ। जी। ਇਹਨੂੰ ਕੋਈ ਪਤਾ ਨਹੀਂ ਕਿ ਮਾਡਰਨਿਜ਼ਮ ਕੀ ਹੁੰਦੀ ਆ, ਜਿੱਦਤ ਕੀ ਹੁੰਦੀ ਆ, ਸੋਚ ਕੀ ਹੁੰਦੀ ਆ, ਸਹੀ ਗੱਲ ਹੈ। ਅਪਰੋਚ ਕੀ ਹੁੰਦੀ ਆ, ਤੇ ਉਹਦੇ ਮੁਕਾਬਲੇ 'ਚ ਜਿਹੜਾ ਅੰਗਰੇਜ਼ੀ ਬੋਲਦਾ ਅਸੀਂ ਸਮਝਦੇ ਹਾਂ ਉਹ ਬੜਾ ਹੀ ਮਾਡਰਨ ਆ, ਬਹੁਤ ਐਜੂਕੇਟਿਡ ਹੈ, ਬੜਾ ਐਜੂਕੇਟਿਡ ਆ, ਇਹਨੂੰ ਤੇ ਬਹੁਤ ਹੀ ਪਤਾ ਚੀਜ਼ਾਂ ਦਾ। ਹਾਲਾਂਕਿ ਇਹ ਦੋਵੇਂ ਚੀਜ਼ਾਂ ਮੁਖਤਲਿਫ ਆ। ਜ਼ੁਬਾਨ ਜਿਹੜੀ ਆ ਉਹ ਕੋਈ ਵੀ ਜ਼ੁਬਾਨ ਹੋਵੇ, ਉਹ ਪੰਜਾਬੀ ਹੋਵੇ, ਸਰਾਇਕੀ ਹੋਵੇ, ਹਿੰਦੀ ਹੋਵੇ, ਪਸ਼ਤੋ ਹੋਵੇ, ਬਲੋਚੀ ਹੋਵੇ, ਕੋਈ ਵੀ, ਚਾਈਨੀ ਹੋਵੇ, ਅਰੈਬਿਕ ਹੋਵੇ, ਉਹ ਇਲਮ ਨੂੰ ਜ਼ਖੀਰਾ ਕਰਨ ਦਾ ਜ਼ਰੀਆ ਜਾਂ ਇਨਸਾਨੀ ਜਜ਼ਬਾਤ, ਇਨਸਾਨੀ ਖਿਆਲਾਤ ਜਾਂ ਸੋਚ ਜਿਹੜਾ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉਹਦਾ ਇਬਲਾਗ ਕਰਨ ਦਾ ਜ਼ਰੀਆ, ਉਹਨੂੰ ਕਮਿਊਨੀਕੇਟ ਕਰਨ ਦਾ ਜ਼ਰੀਆ ਅਸੀਂ ਜ਼ੁਬਾਨ ਨੂੰ ਇਲਮ ਸਮਝ ਲਿਆ। ਹਾਂਜੀ। ਤੇ ਹੋਇਆ ਕਿ ਅਸੀਂ ਜਦੋਂ ਕੋਈ ਸਟੂਡੈਂਟ ਪੰਜਾਬੀ ਬੋਲਦਾ ਤੇ ਅਸੀਂ ਉਹਨੂੰ ਡਾਂਟਨੇ, ਸਾਡੇ ਘਰ 'ਚ ਕੋਈ ਪੰਜਾਬੀ ਬੋਲਦਾ ਅਸੀਂ ਉਹਨੂੰ ਡਾਂਟਨੇ, ਸਾਡੇ ਗਿਰਦੋ ਨਵਾਜ਼ ਕੋਈ ਪੰਜਾਬੀ ਬੋਲਦਾ ਅਸੀਂ ਉਹਨੂੰ ਡਾਂਟਨੇ। ਉਹਦੀ ਸੋਚ ਕੀ ਆ ਕਿ ਅਸੀਂ ਇਹ ਸੋਚ ਬਣਾ ਲਈ ਆ, ਅਸੀਂ ਆਪਣੇ ਜ਼ਿਹਨ 'ਚ ਇਹ ਬੜਾ ਰਾਸਖ ਅਕੀਦਾ ਬਣਾ ਲਿਆ, ਸੋਚ ਬਣਾ ਲਈ, ਅਪਰੋਚ ਬਣਾ ਲਈ ਕਿ ਜਿਹੜਾ ਬੰਦਾ ਪੰਜਾਬੀ ਬੋਲਦਾ ਉਹ ਬੜਾ ਜਾਹਿਲ ਆ, ਉਹ ਅਨਪੜ੍ਹ ਲੱਗਦਾ, ਉਹ ਜਾਹਿਲ ਲੱਗਦਾ, ਉਹ ਬੜਾ ਘੱਟ ਪੜ੍ਹਿਆ ਲਿਖਿਆ ਲੱਗਦਾ। ਅਤੇ ਇਹ ਜਦੋਂ ਇਹ ਸੋਚ ਕਿਸੇ ਮੁਆਸ਼ਰੇ 'ਚ, ਕਿਸੇ ਕਲਚਰ 'ਚ, ਕਿਸੇ ਸਕਾਫਤ 'ਚ ਪੈਦਾ ਹੋ ਜਾਏ ਜਾਂ ਕਿਸੇ ਮੁਲਕ 'ਚ ਪੈਦਾ ਹੋ ਜਾਏ ਤੇ ਫਿਰ ਲੋਕ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਡਿਸਟੈਂਸ ਕਰਨਾ ਸ਼ੁਰੂ ਕਰ ਦਿੰਦੇ। ਸਭ ਤੋਂ ਵੱਡਾ ਮਸਲਾ ਇਹ ਹੋਇਆ, ਕੰਪਲੈਕਸ ਦਾ ਸ਼ਿਕਾਰ ਹੋ ਜਾਂਦੇ। ਹੁਣ ਸਾਡੇ ਮੁਆਸ਼ਰੇ 'ਚ ਇਹ ਹੋਇਆ ਕਿ ਲੋਕਾਂ ਨੇ ਪੰਜਾਬੀ ਤੋਂ ਆਪਣੇ ਆਪ ਨੂੰ ਡਿਸਟੈਂਸ ਕਰਨਾ ਸ਼ੁਰੂ ਕਰਤਾ। ਨਾ ਖੁਦ ਬੋਲਦੇ, ਨਾ ਆਪਣੇ ਗਿਰਦੋ ਨਵਾਜ਼ ਲੋਕ ਬੋਲਦੇ ਤੇ ਉਹਨਾਂ ਨੂੰ ਐਪਰੀਸ਼ੀਏਟ ਕਰਦੇ, ਤੇ ਨਾ ਆਪਣੇ ਬੱਚਿਆਂ ਨੂੰ ਬੋਲਣ ਦਿੰਦੇ, ਨਾ ਆਪਣੇ ਕਰੀਬੀ ਦੋਸਤਾਂ ਨੂੰ ਬੋਲਣ ਦਿੰਦੇ, ਤੇ ਨਾ ਬੋਲਣਾ ਪਸੰਦ ਕਰਦੇ। ਤੇ ਇਹਦੀ ਵਜ੍ਹਾ ਤੋਂ ਜਿਹੜੀ ਪੰਜਾਬੀ ਦੇਖੋ ਜ਼ੁਬਾਨ ਜਿਹੜੀ ਆ ਉਦੋਂ ਜ਼ਿੰਦਾ ਰਹਿੰਦੀ ਆ ਜਦੋਂ ਉਹਨੂੰ ਬੋਲਣ ਵਾਲੇ ਲੋਕ ਹੋਣ, ਉਹ ਸਕਾਫਤ ਦਾ ਹਿੱਸਾ ਉਦੋਂ ਬਣਦੀ, ਉਹ ਕਿਸੇ ਮੁਲਕ ਦੀ ਪਹਿਚਾਣ ਉਦੋਂ ਬਣਦੀ, ਮੁੱਕ ਜਾਣਾ, ਮਰ ਜਾਣਾ ਉਹਨੇ। ਇਹ ਇੰਝ ਹੀ ਹੈ ਜਿਵੇਂ ਕਿਸੇ ਪੌਦੇ ਨੂੰ ਤੁਸੀਂ ਪਾਣੀ ਨਹੀਂ ਦੇਣਾ ਤੇ ਉਹਨੇ ਸੁੱਕ ਜਾਣਾ, ਤੇ ਉਹਨੇ ਮਰ ਜਾਣਾ ਇੱਕ ਦਿਨ। ਅਸੀਂ ਪੰਜਾਬੀ ਜ਼ੁਬਾਨ ਨਾਲ ਇਹ ਹੀ ਕੀਤਾ, ਆਹਿਸਤਾ ਆਹਿਸਤਾ ਅਸੀਂ ਇਹਨੂੰ ਬੋਲਣਾ ਛੱਡਤਾ, ਇਹਦੇ ਨਾਲ ਆਪਣਾ ਤਾਲੁਕ ਕਮਜ਼ੋਰ ਕਰ ਲਿਆ। ਅਗਰ ਤੋੜਿਆ ਨਹੀਂ, ਹਾਲੇ ਵੀ ਲੋਕ ਹੈਗੇ ਪੰਜਾਬੀ ਬੋਲਣ ਵਾਲੇ, ਇਹਦੇ ਨਾਲ ਪਿਆਰ ਕਰਨ ਵਾਲੇ, ਇਹਦੇ 'ਤੇ ਮਾਣ ਕਰਨ ਵਾਲੇ, ਪਰ ਬਹੁਤ ਜ਼ਿਆਦਾ ਦੂਰ ਹੋ ਗਏ, ਬਹੁਤ ਦੂਰ। ਜਿਹੜੇ ਜ਼ਿਆਦਾਤਰ ਲੋਕ ਆ, ਜਿਹੜੇ ਪੜ੍ਹੇ ਲਿਖੇ ਲੋਕ ਆ, ਉਹ ਪੰਜਾਬੀ ਤੋਂ ਬਹੁਤ ਦੂਰ ਹੋ ਗਏ। ਬਹੁਤ ਘੱਟ ਲੋਕ ਆ ਜਿਹੜੇ ਅੱਜ ਵੀ ਪੰਜਾਬੀ ਨੂੰ ਆਪਣਾ ਮਾਣ, ਆਪਣੀ ਸ਼ਾਨ ਤੇ ਆਪਣੀ ਆਨ ਸਮਝਦੇ। ਅਸੀਂ ਸਮਝਦੇ ਹਾਂ ਤਾਂ ਹੀ ਗੱਲ ਕਰ ਰਹੇ ਹਾਂ, ਅਸੀਂ ਸਮਝਦੇ ਹਾਂ। ਔਰ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਜ਼ੁਬਾਨ ਤੁਸੀਂ ਕੋਈ ਵੀ ਬੋਲੋ, ਸਰਾਇਕੀ ਬੋਲ ਲਓ, ਪੰਜਾਬੀ ਬੋਲ ਲਓ, हिंदी बोल लो, तुसी जो हमारी लोकल लैंग्वेजेस हैं, आप सिंधी बोल लें, आप बलोची बोल लें, आप पश्तो बोल लें, भाई आप भले कुछ भी बोल लें, लेकिन आप ये समझें कि ज़ुबान आपके ख़यालात का, आपके सोच का, वो एक जगह से दूसरी जगह पहुँचाने का ज़रिया है। ਨਹੀਂ ਤੁਸੀਂ ਉਹਨੂੰ ਪਹੁੰਚਾਉਣਾ ਚਾਹੁੰਦੇ ਹੋ, ਆਪਣੇ ਖਿਆਲਾਤ ਕਿਸੇ ਨੂੰ ਦੱਸਣਾ ਚਾਹੁੰਦੇ ਹੋ, ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਤੁਸੀਂ ਕੀ ਸੋਚ ਰਹੇ ਹੋ। ਜ਼ੁਬਾਨ ਇਲਮ ਨਹੀਂ ਹੈ, ਜ਼ੁਬਾਨ ਕੋਈ ਉੱਚੀ ਤੇ ਕੋਈ ਨੀਵੀਂ ਨਹੀਂ ਹੁੰਦੀ। ਅਤੇ ਉਹ ਜਿਹੜਾ ਅਸੀਂ ਸੁਪੀਰੀਅਰ ਅਤੇ ਇਨਫੀਰੀਅਰ ਦਾ ਤਸੱਵੁਰ ਬਣਾ ਲਿਆ, ਉਹਦੀ ਵਜ੍ਹਾ ਨਾਲ ਅਸੀਂ ਜ਼ੁਬਾਨ ਦੇ ਨਾਲ ਆਪਣਾ ਤਾਲੁਕ ਬੜਾ ਹੀ ਕਮਜ਼ੋਰ ਕਰ ਲਿਆ। ਅਤੇ ਕਮਜ਼ੋਰ ਕਰਨ ਦੀ ਵਜ੍ਹਾ ਨਾਲ ਕੀ ਹੋਇਆ ਕਿ ਅਸੀਂ ਉਹਦੇ ਤੋਂ ਦੂਰ ਹੁੰਦੇ ਗਏ, ਆਪਣੇ ਕਲਚਰ ਤੋਂ ਦੂਰ, ਆਪਣੀ ਸ਼ਨਾਖਤ ਤੋਂ ਦੂਰ, ਆਪਣੀ ਪਹਿਚਾਣ ਤੋਂ ਦੂਰ, ਆਪਣੀ ਧਰਤੀ ਤੋਂ ਦੂਰ। ਅਸੀਂ ਭੁੱਲ ਗਏ ਹਾਂ ਕਿ ਅਸੀਂ ਇਸ ਧਰਤੀ, 5 ਦਰਿਆਵਾਂ ਦੀ ਧਰਤੀ 'ਤੇ ਰਹਿਣ ਵਾਲੇ ਹਾਂ। ਇਹਦੇ ਨਾਲ ਸਾਡਾ ਕਿੰਨਾ ਮਜ਼ਬੂਤ ਤਾਲੁਕ ਆ, ਇਹ ਸਾਡਾ ਕਲਚਰ ਆ, ਇਹ ਸਾਡਾ ਮਾਣ ਆ, ਇਹ ਸਾਡੀ ਸ਼ਾਨ ਆ, ਇਹ ਸਾਡੀ ਪਹਿਚਾਣ ਆ। ਅਤੇ ਇਹਦੀ ਵਜ੍ਹਾ ਨਾਲ ਹੋਇਆ ਕੀ ਹੈ, ਐਟ ਦ ਐਂਡ ਆਫ ਦ ਡੇ ਅਸੀਂ ਅਗਰ ਕਹੀਏ ਤਾਂ ਹੋਇਆ ਇਹ ਕਿ ਸਾਡਾ ਉਹ ਤਾਲੁਕ ਬਹੁਤ ਕਮਜ਼ੋਰ ਹੋ ਗਿਆ। ਹੁਣ ਅਸੀਂ ਅੰਗਰੇਜ਼ੀ ਬੋਲਣਾ ਚਾਹੁੰਦੇ ਹਾਂ, ਭਾਵੇਂ ਗਲਤ ਹੀ ਬੋਲ ਲਈਏ, ਅਤੇ ਆਪਣੀ ਜ਼ੁਬਾਨ ਨਹੀਂ ਬੋਲਣਾ ਚਾਹੁੰਦੇ, ਆਪਣੀ ਸਕਾਫਤ ਦੀ ਗੱਲ ਨਹੀਂ ਕਰਨਾ ਚਾਹੁੰਦੇ। ਅਤੇ ਇਸ ਚੀਜ਼ ਨੂੰ ਮੈਂ ਕਨੈਕਟ ਕਰਨਾ ਚਾਹਾਂਗਾ ਕਿ ਅੱਜ ਮਾਦਰੀ ਜ਼ੁਬਾਨਾਂ ਦਾ ਦਿਨ ਆ।
ਮੈਂ ਇੰਟਰਵਿਊ ਦੇਣ ਤੋਂ ਪਹਿਲੇ, ਸਟੂਡੀਓ ਆਉਣ ਤੋਂ ਪਹਿਲੇ ਦੇਖ ਰਿਹਾ ਸੀ, ਬਲਕਿ ਮੇਰੇ ਇੱਕ ਡਿਪਾਰਟਮੈਂਟ ਦੇ ਸਟੂਡੈਂਟ ਆਏ, ਟਰਾਂਸਲੇਸ਼ਨ ਸਟੱਡੀਜ਼ ਕੇ ਸਟੂਡੈਂਟ ਮੇਰੇ ਕੋਲ ਆਏ ਤੇ ਅੱਛਾ ਉਹਨਾਂ ਅੱਛਾ। ਨੇ ਕਿਹਾ ਜੀ ਤੁਸੀਂ ਇੱਕ ਪੋਸਟਰ ਲੈ ਕੇ ਆਏ ਤੇ ਉਹਦੇ ਤੇ ਉਹਨਾਂ ਕਿਹਾ ਜੀ ਤੁਸੀਂ ਕੀ ਲਿਖਣਾ ਚਾਹੋਗੇ, ਤੁਹਾਡਾ ਕੀ ਵਿਚਾਰ ਹੈ, ਤੁਹਾਡੀ ਕੀ ਸੋਚ ਹੈ ਮਾਦਰੀ ਜ਼ੁਬਾਨ ਦੇ ਬਾਰੇ। ਤੇ ਮੈਂ ਲਿਖਿਆ ਕਿ ਜ਼ੁਬਾਨ ਜਿਹੜੀ ਆ ਉਹ ਖਿਆਲਾਤ, ਸੋਚ ਤੇ ਅਪਰੋਚ ਨੂੰ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਪਹੁੰਚਾਉਣ ਦਾ ਜ਼ਰੀਆ ਵਾ। ਕੋਈ ਜ਼ੁਬਾਨ ਉੱਚੀ ਤੇ ਕੋਈ ਜ਼ੁਬਾਨ ਨੀਵੀਂ ਨਹੀਂ ਹੁੰਦੀ। ਜ਼ੁਬਾਨ ਖਿਆਲਾਤ ਤੇ ਸੋਚ ਤੇ ਅਹਿਸਾਸਾਤ ਨੂੰ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਪਹੁੰਚਾਉਣ ਦਾ ਜ਼ਰੀਆ। ਤੇ ਇਸ ਲਈ ਆਪਣੀ ਜ਼ੁਬਾਨ ਨਾਲ ਜੁੜੇ ਰਹੋ। ਆਪਣੀ ਜ਼ੁਬਾਨ ਆਪਣੀ ਪਹਿਚਾਨ, ਇਹ ਸਾਡੀ ਪਹਿਚਾਨ ਆ, ਇਹ ਸਾਡਾ ਮਾਣ ਆ, ਇਹ ਸਾਡੀ ਆਇਡੈਂਟੀਟੀ ਆ ਜਿਵੇਂ ਅੰਗਰੇਜ਼ੀ 'ਚ ਕਹਿੰਦੇ। ਤੇ ਅਨਫੋਰਚੂਨੇਟਲੀ, ਬਦਕਿਸਮਤੀ ਨਾਲ ਇਹ ਗੱਲ ਅਫਸੋਸ ਨਾਲ ਕਰਨੀ ਪੈਂਦੀ ਹੈ ਕਿ ਅਸੀਂ ਇਸ ਪਹਿਚਾਨ ਨੂੰ, ਇਸ ਆਇਡੈਂਟੀਟੀ ਨੂੰ, ਇਸ ਮਾਣ ਨੂੰ ਅਸੀਂ ਮਾਂਦ ਪੈਣ ਦਿੱਤਾ, ਕਮਜ਼ੋਰ ਹੋਣ ਦਿੱਤਾ। ਤੇ ਉਹਦੇ ਨਾਲ ਆਹਿਸਤਾ ਆਹਿਸਤਾ ਪੰਜਾਬੀ ਬੋਲਣ ਵਾਲੇ ਸਾਨੂੰ ਆਪਣੇ ਗਿਰਦੋ ਨਵਾਂ 'ਚ ਬਹੁਤ ਘੱਟ ਨਜ਼ਰ ਆਉਂਦੇ ਤੇ ਜਦੋਂ ਬੋਲਦੇ ਆ ਤੇ ਅਸੀਂ ਉਹਨਾਂ ਨੂੰ ਕੋਈ ਅੱਛਾ ਨਹੀਂ ਸਮਝਦੇ। ਇਸ ਵਜ੍ਹਾ ਨਾਲ ਸਾਡੀ ਜਿਹੜੀ ਸਕਾਫਤ ਆ, ਸਾਡੇ ਜਿਹੜੇ ਰਿਵਾਜ ਆ, ਰੀਤਾਂ ਵਾ, ਉਹ ਮੁੱਕ ਗਈਆਂ ਨੇ। ਉਹ ਮੁੱਕੀਆਂ ਨਹੀਂ ਤੇ ਖਤਮ ਜ਼ਰੂਰ ਹੋ ਗਈਆਂ। ਕਿ ਮੁੱਕ ਗਈਆਂ ਜ਼ਿਆਦਾ, ਕੋਈ ਹੋ ਸਕਦਾ ਕੋਈ ਸਾਡਾ ਦੋਸਤ ਪੰਜਾਬੀ ਸੁਣਨ ਵਾਲਾ ਕਵੇ ਨਹੀਂ ਅਸੀਂ ਤੇ ਪੰਜਾਬੀ ਬੋਲੇ, ਇਸ ਲਈ ਅਸੀਂ ਕਹਿੰਦੇ ਹਾਂ ਕਿ ਉਹ ਬੜੀਆਂ ਕਮਜ਼ੋਰ ਹੋ ਗਈਆਂ। ਅਗਰ ਮੁੱਕੀਆਂ ਨਹੀਂ ਤੇ ਉਹ ਕਮਜ਼ੋਰ ਹੋ ਗਈਆਂ। ਇਹ ਤਾਲੁਕ ਬੜਾ ਕਮਜ਼ੋਰ ਹੋ ਗਿਆ ਹੈ ਤੇ ਇਸ ਤਾਲੁਕ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਆ ਕਿ ਅਸੀਂ ਦੁਬਾਰਾ ਆਪਣੇ ਓਰੀਜਨ ਵੱਲ ਵੇਖੀਏ, ਆਪਣੀ ਪਹਿਚਾਣ ਵੱਲ ਵੇਖੀਏ, ਆਪਣੀ ਆਇਡੈਂਟੀਟੀ ਵੱਲ ਵੇਖੀਏ ਤੇ ਦੁਬਾਰਾ ਅਸੀਂ ਆਪਣੀ ਜ਼ੁਬਾਨ ਨਾਲ ਆਪਣਾ ਤਾਲੁਕ ਜਿਹੜਾ ਉਹਨੂੰ ਮਜ਼ਬੂਤ ਕਰੀਏ। ਹਾਂਜੀ, ਇਸ ਰਿਸ਼ਤੇ ਨੂੰ ਮਜ਼ਬੂਤ ਕਰਾਂਗੇ ਤੇ ਸਾਨੂੰ ਆਪਣੀ ਪਹਿਚਾਣ ਮਿਲੇਗੀ, ਬਿਲਕੁਲ। ਆਪਣੀ ਤਹਿਜ਼ੀਬ ਮਿਲੇਗੀ ਤੇ ਅਸੀਂ ਬਿਹਤਰ ਤਰੀਕੇ ਨਾਲ ਆਪਣੇ ਆਪ ਦਾ ਇਜ਼ਹਾਰ ਕਰ ਸਕਨੇ ਹਾਂ। ਮੈਂ ਡਾਕਟਰ ਯੂਸਫ ਦਾ ਸ਼ੁਕਰੀਆ ਅਦਾ ਕਰਨੀ ਆ ਕਿ ਉਹਨਾਂ ਸਾਡੇ ਵਾਸਤੇ ਆਪਣਾ ਕੀਮਤੀ ਵਕਤ ਕੱਢਿਆ। ਤੇ ਨਾਜ਼ਰੀਨ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਸਾਡੀ ਇਹ ਜਿਹੜਾ ਅੱਜ ਦੀ ਸਾਡੀ ਕੋਸ਼ਿਸ਼ ਸੀ ਆਪਣੀ ਜ਼ੁਬਾਨ ਨੂੰ ਬਚਾਉਣ ਵਾਸਤੇ, ਤੇ ਕੁਝ ਨਾ ਕੁਝ ਤੁਹਾਨੂੰ ਸੋਚਣ ਤੇ ਮਜਬੂਰ ਕਰੇਗੀ। ਤੇ ਅਗਲੇ ਪ੍ਰੋਗਰਾਮ ਤੱਕ ਆਪਣਾ ਖਿਆਲ ਰੱਖਿਓ। ਫਿਰ ਮਿਲਾਂਗੇ। ਅੱਲਾ ਹਾਫਿਜ਼।